Hello dear students, very warm welcome once again। हाँ जी बेटा, ਅੱਜ ਦਾ ਵੀਡੀਓ ਲੈਸਨ ਲੈ ਕੇ ਆਈ ਹਾਂ ਮੈਂ, ਜਿਹਦੇ ਵਿੱਚ ਆਪਾਂ ਕਰਾਂਗੇ ਪੋਇਮ ਇੱਕ, ਜਿਹੜੀ ਕਿ ਲੈਸਨ ਨੰਬਰ 5 ਆ ਕਲਾਸ 8th ਲਈ ਪੰਜਾਬ ਸਕੂਲ ਐਜੂਕੇਸ਼ਨ ਬੋਰਡ। ਪੋਇਮ ਦਾ ਨਾਮ ਕੀ ਆ? ਡੋਂਟ ਕੁਇਟ। ਅਤੇ ਮੈਂ ਗੁਰਪ੍ਰੀਤ ਕੌਰ ਤੁਹਾਡੀ ਇੰਗਲਿਸ਼ ਟੀਚਰ, ਅਤੇ ਅੱਜ ਆਪਾਂ ਪੋਇਮ ਨੂੰ ਰਿਸਾਈਟ ਕਰਾਂਗੇ, ਇੰਜੋਏ ਕਰਾਂਗੇ ਅਤੇ ਨਾਲ ਦੀ ਨਾਲ ਸਮਝਾਂਗੇ ਉਹਦਾ ਮੀਨਿੰਗ। ਸੋ ਕਰਦੇ ਹਾਂ ਸ਼ੁਰੂ। ਫਸਟ ਆਫ ਆਲ ਐਕਟੀਵਿਟੀ ਨੰਬਰ 1 ਪ੍ਰੀ ਰੀਡਿੰਗ ਕਰਨੀ ਆ ਅਸੀਂ। ਕੁਝ ਨਵੇਂ ਵਰਡਸ ਨੇ ਜਿਨ੍ਹਾਂ ਨੂੰ ਤੁਸੀਂ ਜਾਣੋ, ਪੜ੍ਹੋ, ਸਮਝੋ, ਉਹਨਾਂ ਦੇ ਮੀਨਿੰਗ ਅਤੇ ਉਹਨਾਂ ਨੂੰ ਨੋਟ ਡਾਊਨ ਕਰ ਲਓ ਬੇਟਾ। ਸੋ ਫਸਟ ਵਰਡ ਹੈ ਟਰਜ਼ਿੰਗ। ਠੀਕ, ਟਰਜ਼ਿੰਗ, ਟਰਜ਼ ਹੁੰਦਾ ਥਕਾਵਟ ਕਾਰਨ ਹੌਲੀ ਚੱਲਣਾ, ਵਰਬ ਆ ਇਹ। ਠੀਕ, ਉਸ ਤੋਂ ਬਾਅਦ ਨੈਕਸਟ ਵਰਡ ਆ ਗਿਆ ਸਟਕ ਆਊਟ। ਸਟਕ ਮੀਨਸ ਆਪਾਂ ਕਹਿੰਦੇ ਸਟਕ ਹੋ ਗਿਆ, ਉਹ ਉੱਥੇ ਅੜਕ ਗਿਆ। ਸਟਕ ਆਊਟ, ਅਟਕਿਆ ਹੋਇਆ। ਗੋਲਡਨ ਕਰਾਊਨ, ਗੋਲਡਨ ਸੁਨਹਿਰੀ, ਕਰਾਊਨ ਤਾਜ। ਗੋਲਡਨ ਕਰਾਊਨ ਮੀਨਸ ਕੀ ਹੋ ਗਿਆ ਫਿਰ? ਸੁਨਹਿਰੀ ਤਾਜ। ਓਕੇ, ਨੈਕਸਟ ਵਰਡ ਆ ਕੇਅਰ। ਜਦੋਂ ਕੇਅਰ ਨੂੰ ਅਸੀਂ ਨਾਊਨ ਦੇ ਤੌਰ 'ਤੇ ਦੇਖਦੇ ਹਾਂ ਪੁੱਤ, ਉਹਦਾ ਮਤਲਬ ਹੁੰਦਾ ਦੇਖਭਾਲ ਕਰਨਾ, ਪਰ ਜਦੋਂ ਵਰਬ ਦੇ ਤੌਰ 'ਤੇ ਦੇਖਦੇ ਹਾਂ ਫਿਰ ਹੁੰਦਾ ਚਿੰਤਾ ਕਰਨਾ। ਠੀਕ, ਹੁਣ ਆਪਾਂ ਪੋਇਮ 'ਚ ਦੇਖਾਂਗੇ ਕਿ ਕਿਸ ਸੰਦਰਭ 'ਚ ਵਰਤਿਆ ਗਿਆ। ਨੈਕਸਟ ਵਰਡ ਆ ਬਲੋ, ਹੈ ਨਾ। ਬਲੋ ਹੁੰਦਾ ਵਗਣਾ, ਬਹਿਣਾ। ਠੀਕ, ਇਹ ਵੀ ਵਰਬ ਦੇ ਤੌਰ 'ਤੇ। ਜਦੋਂ ਅਸੀਂ ਕਰਾਂਗੇ ਇਹਦੀ ਗੱਲ ਨਾਊਨ ਦੇ ਤੌਰ 'ਤੇ, ਫਿਰ ਅਸੀਂ ਕਹਿ ਦਿੰਦੇ ਹਾਂ ਪ੍ਰਹਾਰ ਜਾਂ ਕੋਸ਼ਿਸ਼ ਜਾਂ ਸੱਟ। ਠੀਕ, ਅੱਗੇ ਆ ਗਿਆ ਟੈਂਟ ਮੀਨਸ, ਇਹਨੂੰ ਵੀ ਆਪਾਂ ਉਹੀ ਗੱਲ ਕਰਦੇ ਹਾਂ ਵੀ ਨਾਊਨ ਦੇ ਤੌਰ 'ਤੇ ਇਹਦਾ ਮਤਲਬ ਹਲਕਾ ਰੰਗ ਜਾਂ ਹਲਕੇ ਰੰਗ ਦੀ, ਹਲਕਾ ਜੀ ਸ਼ੇਡ, ਹੈ ਨਾ। ਪਰ ਜਦੋਂ ਵਰਬ ਦੇ ਤੌਰ 'ਤੇ ਗੱਲ ਕਰਾਂਗੇ ਫਿਰ ਰੰਗ ਦਾ ਛਿੱਟਾ ਇਹਦਾ ਮਤਲਬ। ਲਓ ਜੀ, ਹੁਣ ਅੱਗੇ ਦੇਖਦੇ ਹਾਂ। ਨੈਕਸਟ ਵਰਡ ਆ ਗਿਆ ਫਿਊਰ ਮੀਨਸ ਅਨੋਖਾ, ਬਚਿੱਤਰ। ਨੈਕਸਟ ਵਰਡ ਫੇਂਟ ਐਂਡ ਫਲਟਰਿੰਗ। ਫੇਂਟ ਹੁੰਦਾ ਥਕਾਵਟ ਨਾਲ, ਹੈ ਨਾ, ਥੱਕ ਜਾਣਾ, ਲੜਖੜਾਉਣਾ, ਜਾਂ ਆਪਾਂ ਇਹਨੂੰ ਧੁੰਦਲਾ ਵੀ ਕਹਿ ਸਕਦੇ ਹਾਂ। ਓਕੇ, ਅਗਲਾ ਵਰਡ ਆਫਟਰ। ਇਹ ਤੁਹਾਨੂੰ ਆਉਂਦਾ ਹੀ, ਆਫਟਰ ਦਾ ਮੀਨਸ ਬਾਅਦ ਵਿੱਚ। ਨੈਕਸਟ ਵਰਡ ਹੈਗਾ ਟਵਿਸਟਸ ਐਂਡ ਟਰਨਸ ਮੀਨਸ, ਟਵਿਸਟ ਐਂਡ ਟਰਨਸ ਦਾ ਮਤਲਬ ਉਤਰਾ ਚੜ੍ਹਾਅ, ਧੁੱਪ ਛਾਂ ਜਿਵੇਂ ਆਪਾਂ ਕਹਿੰਦੇ ਹਾਂ, ਕਦੇ ਬਹੁਤ ਚੰਗਾ ਕਦੇ ਬਹੁਤ ਮਾੜਾ, ਉਹ ਉਤਰਾ ਚੜ੍ਹਾਅ ਹੋ ਗਿਆ। ਓਕੇ, ਵਿਕਟਰ ਜੇਤੂ। ਹਾਰਡੈਸਟ, ਹਾਰਡ ਹੁੰਦਾ ਸਖਤ, ਹਾਰਡੈਸਟ ਸਭ ਤੋਂ ਸਖਤ, ਸਭ ਤੋਂ ਕਠੋਰ। ਠੀਕ ਹੈ, ਸੋ ਇਹ ਹੋ ਗਏ ਤੁਹਾਡੇ ਵਰਡ ਮੀਨਿੰਗ। ਚਲੋ ਹੁਣ ਆਪਾਂ ਕਰਦੇ ਹਾਂ ਪੋਇਮ ਨੂੰ ਸਟਾਰਟ। ਪੋਇਮ 'ਚ ਇੱਕ ਚੀਜ਼ ਬਹੁਤ ਸੋਹਣੀ ਆ, ਦੇਖੋ ਜਿਵੇਂ ਹੁਣ ਤੁਹਾਡੇ ਨਾਲ ਮੈਂ ਪਿਕਚਰ ਲਗਾਈ ਹੈ, ਡੋਂਟ ਕੁਇਟ ਲਿਖਿਆ ਹੋਇਆ। ਉਹਦੇ 'ਚੋਂ ਡੋਂਟ ਦਾ ਨੋਟ ਕੱਟਤਾ, ਕੁਇਟ ਦਾ QU ਕੱਟਤਾ, ਤਾਂ ਫਿਰ ਕੀ ਬਣ ਗਿਆ? ਡੂ ਇਟ। ਜਦੋਂ ਅਸੀਂ ਸਾਰੇ ਨੂੰ ਪੜ੍ਹਦੇ ਹਾਂ ਤਾਂ ਕੀ ਬਣਿਆ? ਡੋਂਟ ਕੁਇਟ ਮਤਲਬ ਇਹਨੂੰ ਛੱਡੋ ਨਾ। ਡੂ ਇਟ ਮੀਨਸ ਕਰੋ। ਠੀਕ ਹੈ, ਸੋ ਲਓ ਹੁਣ ਆਪਾਂ ਪੋਇਮ ਸ਼ੁਰੂ ਕਰਦੇ ਹਾਂ। When things go wrong, as they sometimes will, when the road you are trudging seems all uphill, when the funds are low and the debts are high, ਹੁਣ ਪਹਿਲਾ ਪੈਰਾ, ਹੁਣ ਪਹਿਲੇ ਪੈਰੇ 'ਚ ਕੀ ਕਹਿ ਰਹੇ ਨੇ? when the things go wrong, ਜਦੋਂ ਚੀਜ਼ਾਂ ਨੇ ਜਿਹੜੀਆਂ ਗਲਤ ਹੋਣ ਲੱਗ ਜਾਣ, ਭਾਵ ਅਸੀਂ ਕੁਝ ਹੋਰ ਸੋਚਿਆ ਹੋਇਆ ਅਤੇ ਕੁਝ ਹੋਰ ਹੋਣ ਲੱਗ ਜੇ। as sometime will, ਜਿੱਦਾਂ ਕਿ ਅਕਸਰ ਕਦੇ ਕਦੇ ਜਾਂ ਹੁੰਦਾ ਗਾ ਸਾਡੇ ਨਾਲ, ਅਸੀਂ ਕੋਈ ਖੁਸ਼ੀ ਦੀ ਖਬਰ ਉਡੀਕ ਰਹੇ ਹੁੰਦੇ ਹਾਂ ਅਤੇ ਕੋਈ ਦੁੱਖ ਦੀ ਖਬਰ ਆ ਜਾਂਦੀ ਹੈ, ਜਾਂ ਅਸੀਂ ਸੋਚਿਆ ਹੁੰਦਾ ਵੀ ਐਗਜ਼ਾਮ ਦੀ ਗੱਲ ਕਰੀਏ ਮੇਰੇ ਇੰਨੇ ਨੰਬਰ ਆ ਜਾਣਗੇ ਅਤੇ ਆਉਂਦੇ ਉਦੋਂ ਘੱਟ ਨੇ, ਹੈ ਨਾ। ਵੈਨ ਦਾ ਰੋਡ ਯੂ ਆਰ ਟਰਜ਼ਿੰਗ, ਜਿਹੜੀ ਰੋਡ 'ਤੇ, ਜਿਹੜੇ ਰਸਤੇ 'ਤੇ ਤੁਸੀਂ ਤੁਰ ਰਹੇ ਹੋ ਅਤੇ ਪਹਿਲਾਂ ਹੀ ਤੁਸੀਂ ਥਕਾਵਟ ਨਾਲ ਥੱਕੇ ਹੋਏ ਹੌਲੀ ਹੌਲੀ ਤੁਰ ਰਹੇ ਹੋ। ਸੀਮਸ ਆਲ ਅਪ ਹਿਲ, ਅਤੇ ਹੋਰ ਜ਼ਿਆਦਾ ਸਾਨੂੰ ਪਹਾੜੀ ਰਸਤਾ, ਕਿਉਂਕਿ ਸਿੱਧੀ ਸੜਕ 'ਤੇ ਤੁਰਨਾ ਤਾਂ ਬਹੁਤ ਈਜ਼ੀ ਆ, ਪਹਾੜੀ ਰਸਤੇ 'ਤੇ ਤੁਰਨਾ ਔਖਾ। ਜਦੋਂ ਅਸੀਂ ਥੱਕੇ ਹੋਈਏ ਤਾਂ ਹੋਰ ਵੀ ਵੱਡਾ ਪਹਾੜ ਲੱਗਣ ਲੱਗ ਜਾਂਦਾ ਉਸ 'ਤੇ ਤੁਰਨਾ। ਨੈਕਸਟ ਲਾਈਨ 'ਚ ਵੈਨ ਦਾ ਫੰਡਸ ਆਰ ਲੋ, ਜਦੋਂ ਸਾਡੇ ਕੋਲ ਪੈਸਾ ਜਿਹੜਾ ਉਹ ਘੱਟ ਹੋਵੇ। ਡੈਬਿਟ ਹੁੰਦਾ ਕਰਜ਼ਾ, ਜਦੋਂ ਕਰਜ਼ਾ ਸਾਡੇ ਸਿਰ ਵੱਧ ਚੜ੍ਹਿਆ ਹੋਵੇ ਫਿਰ ਕੀ ਕਰਨਾ ਚਾਹੀਦਾ? ਕਹਿੰਦਾ ਡੋਂਟ ਕੁਇਟ, ਡੂ ਇਟ ਮੀਨਸ ਉਦੋਂ ਤੁਸੀਂ ਜਿਹੜੇ ਰਸਤੇ 'ਤੇ ਚੱਲ ਰਹੇ ਹੋ ਉਹ ਰਸਤੇ ਨੂੰ ਛੱਡਣਾ ਨਹੀਂ, ਉੱਥੇ ਬਣੇ ਰਹਿਣਾ। ਐਂਡ ਯੂ ਵਾਂਟ ਟੂ ਸਮਾਈਲ ਬਟ ਯੂ ਹੈਵ ਟੂ ਸ਼ਾਈ, ਵੈਨ ਕੇਅਰ ਇਜ਼ ਪ੍ਰੈਸਿੰਗ ਯੂ ਡਾਊਨ ਅ ਪਿਟ, ਰੈਸਟ ਇਫ ਯੂ ਮਸਟ ਬਟ ਡੋਂਟ ਯੂ ਕੁਇਟ। ਹਾਂ, ਅਗਲੇ ਪੈਰੇ 'ਚ ਕੀ ਗੱਲ ਕਰ ਰਹੇ? ਵੈਨ ਐਂਡ ਯੂ ਵਾਂਟ ਟੂ ਸਮਾਈਲ, ਜਦੋਂ ਤੁਸੀਂ ਮੁਸਕਰਾਉਣਾ ਚਾਹ ਰਹੇ ਹੋ ਪਰ ਤੁਹਾਨੂੰ ਠੰਡਾ ਹੌਂਕਾ ਭਰਨਾ ਪੈ ਰਿਹਾ। ਸ਼ਾਈ ਮੀਨਸ ਹੌਂਕਾ ਭਰਨਾ, ਹੈ ਨਾ। ਇਹਦਾ ਮਤਲਬ ਕਿ ਵੀ ਅਸੀਂ ਖੁਸ਼ੀ ਦੀ ਗੱਲ ਉਡੀਕ ਰਹੇ ਸੀ ਜਾਂ ਅਸੀਂ ਕੋਈ ਵਧੀਆ ਸੋਚ ਰਹੇ ਸੀ ਅਤੇ ਉੱਥੇ ਉਲਟ ਹੋ ਗਿਆ ਅਤੇ ਫਿਰ ਸਾਨੂੰ ਹੱਸਣ ਦੀ ਜਗ੍ਹਾ 'ਤੇ ਹੌਂਕਾ ਭਰਨਾ ਪੈ ਗਿਆ। ਵੈਨ ਕੇਅਰ ਇਜ਼ ਪ੍ਰੈਸਿੰਗ, ਜਦੋਂ ਚਿੰਤਾ ਭਾਵ ਜ਼ਿੰਮੇਵਾਰੀਆਂ ਦੀ, ਜਿਹੜੀ ਸਾਡੇ ਮੋਢੇ 'ਤੇ ਜ਼ਿੰਮੇਵਾਰੀਆਂ ਨੇ, ਉਹਦੀ ਚਿੰਤਾ ਸਾਨੂੰ ਥੱਲੇ ਨੂੰ ਦਬਾ ਰਹੀ ਆ, ਹੈ ਨਾ। ਰੈਸਟ ਇਫ ਯੂ ਮਸਟ, ਆਰਾਮ ਜ਼ਰੂਰ ਕਰੋ ਜੇ ਜ਼ਰੂਰਤ ਹੈ। ਯੂ ਬਟ ਡੋਂਟ ਯੂ ਕੁਇਟ,
ਪਰ ਛੱਡੋ ਨਾ। ਮੀਨਸ ਜਿਹੜੇ ਰਸਤੇ 'ਤੇ ਤੁਸੀਂ ਜਿਹੜਾ ਕੰਮ ਕਰ ਰਹੇ ਹੋ, ਅਗਰ ਉਸ ਵਜ੍ਹਾ ਨਾਲ ਤੁਸੀਂ ਬਹੁਤ ਜ਼ਿਆਦਾ ਪ੍ਰੈਸ਼ਰ ਫੀਲ ਕਰ ਰਹੇ ਹੋ ਆਪਦੇ 'ਤੇ, ਤਾਂ ਰੈਸਟ ਕਰੋ, ਪਰ ਉਹ ਰਾਹ ਨੂੰ ਛੱਡੋ ਨਾ। Okay, next, life is filled with its twists and turns, as every one of us sometime learns। ਜ਼ਿੰਦਗੀ ਬਹੁਤ ਅਜੀਬ ਆ। ਕਿਉਂ ਅਜੀਬ ਆ? ਆਪਦੇ ਉਤਰਾਅ ਚੜਾਵਾਂ ਦੀ ਵਜ੍ਹਾ ਨਾਲ, ਧੁੱਪ ਅਤੇ ਛਾਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਕਦੇ ਬਹੁਤ ਵਧੀਆ ਲਾਈਫ ਗੁਜ਼ਰ ਰਹੀ ਹੈ, ਸਭ ਕੁਝ ਵਧੀਆ ਹੋ ਰਿਹਾ ਸਾਡੇ ਅਕੋਰਡਿੰਗ, ਕਦੇ ਬਿਲਕੁਲ ਉਲਟਾ ਹੋ ਜਾਂਦਾ ਹੈ ਨਾ। ਇਸੇ ਕਰਕੇ ਲਾਈਫ ਬਚਿੱਤਰ ਆ, ਜ਼ਿੰਦਗੀ ਬਚਿੱਤਰ ਆ। ਅਤੇ ਕਹਿੰਦੇ ਸਾਡੇ 'ਚੋਂ ਐਵਰੀਵਨ, ਸਾਡੇ 'ਚੋਂ ਹਰ ਕੋਈ ਕਦੇ ਨਾ ਕਦੇ ਜ਼ਿੰਦਗੀ 'ਚ ਇਹ ਸਬਕ ਸਿੱਖਦਾ ਹੀ ਹੈ। Okay, and many a failure turns about when he might have won had he stuck it out। Don't give up though the pace seems slow, you may succeed with another blow। हाँ जी, ਹੁਣ ਇਸ ਪੈਰੇ 'ਚ ਕੀ ਗੱਲ ਹੋ ਰਹੀ ਹੈ? and many a failures turns about, ਜਦੋਂ ਬਹੁਤ ਸਾਰੀਆਂ ਅਸਫਲਤਾਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਬੰਦੇ ਨੂੰ, ਤਾਂ ਉਹ ਮੁਹਾਰਾ ਮੋੜ ਲੈਂਦਾ। ਕਹਿਣ ਦਾ ਭਾਵ ਉਹ ਕੰਮ ਕਰਨਾ ਛੱਡ ਦਿੰਦਾ। ਵੈਨ ਹੀ ਮਾਈਟ, ਹੋ ਸਕਦਾ ਉਸ ਸਮੇਂ, ਵੈਨ ਹੀ ਹੈਡ ਸਟਕ ਇਟ ਆਊਟ, ਉਹ ਜਿੱਤ ਜਾਂਦਾ ਜੇ ਉੱਥੇ ਉਹ ਅਟਕਿਆ ਰਹਿੰਦਾ। ਡੋਂਟ ਗਿਵ ਅਪ ਥੋ ਦਾ ਪੇਸ ਸੀਮ ਸਲੋ, ਉਦੋਂ ਵੀ ਤੁਸੀਂ ਉਹ ਰਸਤਾ, ਉਹ ਕੰਮ ਨਾ ਛੱਡੋ ਜਦੋਂ ਤੁਹਾਡੀ ਜਿਹੜੀ ਚਾਲ ਆ ਬਹੁਤ ਜ਼ਿਆਦਾ ਧੀਮੀ ਹੋ ਗਈ। ਭਾਵ ਅਸੀਂ ਬਹੁਤ ਪਹਿਲਾਂ ਤੇਜ਼ ਗਤੀ ਨਾਲ ਕੋਈ ਕੰਮ ਕਰ ਰਹੇ ਹਾਂ ਜਾਂ ਤੇਜ਼ ਗਤੀ ਨਾਲ ਤਰੱਕੀ ਕਰ ਰਹੇ ਹਾਂ, ਜਦੋਂ ਸਾਡੀ ਜਿਹੜੀ ਤਰੱਕੀ ਆ ਜਾਂ ਪੇਸ ਦੀ ਗੱਲ ਕੀਤੀ ਉਹਨਾਂ ਨੇ, ਧੀਮੀ ਹੋ ਗਈ, ਉਦੋਂ ਵੀ ਤੁਸੀਂ ਉਹ ਰਸਤੇ ਨੂੰ ਛੱਡਣਾ ਨਹੀਂ, ਉੱਥੇ ਬਣੇ ਰਹਿਣਾ। ਯੂ ਮੇ ਸਕਸੀਡ ਇਨ ਅਦਰ ਬਲੋ, ਹੋ ਸਕਦਾ ਤੁਸੀਂ ਅਗਲੇ ਹੀ ਕੋਸ਼ਿਸ਼ ਵਿੱਚ, ਅਗਲੇ ਹੀ ਪ੍ਰਹਾਰ ਦੇ ਵਿੱਚ, ਅਗਲੀ ਇੱਕ ਹੋਰ ਸੱਟ ਦੇ ਵਿੱਚ ਤੁਸੀਂ ਕਾਮਯਾਬ ਹੋ ਜਾਵੋ। ਸੋ ਨੈਵਰ ਗਿਵ ਅਪ ਐਨੀ ਸਿਚੁਏਸ਼ਨ। ਓਕੇ, ਨੈਕਸਟ ਦੇਖੋ, ਆਫਟਨ ਦਾ ਗੋਲ ਇਜ਼ ਨੀਅਰਰ ਦੈਨ ਇਟ ਸੀਮਸ ਟੂ ਫੇਂਟ ਐਂਡ ਫਲਟਰਿੰਗ ਮੈਨ। ਹੁਣ ਦੇਖੋ ਜਿਹੜੀ ਪਿਕਚਰ ਦਿਖ ਰਹੀ ਹੈ ਜਿੱਥੇ ਲਿਖਿਆ ਨੈਵਰ ਗਿਵ ਅਪ, ਉਹ ਬੰਦਾ ਕਿੰਨਾ ਕਲੋਜ਼ ਸੀ ਆਪਦੇ ਗੋਲ ਦੇ, ਹੈ ਨਾ। ਉਹ ਹੀਰੇ ਲੱਭਣ ਆਇਆ ਸੀ, ਦੇਖੋ ਬਿਲਕੁਲ ਕੋਲੇ ਸੀ, ਉਹ ਥੱਕ ਗਿਆ, ਇੰਨਾ ਖੋਜਦਾ ਖੋਜਦਾ ਫੇਂਟ ਹੋ ਗਿਆ, ਉਹਨੂੰ ਸਭ ਕੁਝ ਧੁੰਦਲਾ ਦਿਖਣ ਲੱਗ ਗਿਆ, ਲੜਖੜ ਆਉਣ ਲੱਗ ਗਏ ਪੈਰ, ਇਸ ਲਈ ਉਹਨੇ ਗਿਵ ਅਪ ਕਰਤਾ। ਗਿਵ ਅਪ ਕਰਕੇ ਉਹ ਵਾਪਸ ਮੁੜ ਚੱਲਿਆ। ਹੁਣ ਕੀ ਕਹਿ ਰਹੇ ਨੇ? ਆਫਟਨ ਦਾ ਗੋਲ ਇਜ਼ ਨੀਅਰਰ ਦੈਨ, ਅਕਸਰ ਜਿਹੜਾ ਸਾਡਾ ਨਿਸ਼ਾਨਾ ਹੁੰਦਾ ਉਹ ਸਾਡੇ ਨੇੜੇ ਹੀ ਹੁੰਦਾ। ਇਟ ਸੀਮਸ ਟੂ ਫੇਂਟ ਐਂਡ ਫਲਟਰਿੰਗ ਮੈਨ, ਬੰਦਾ ਪਰ ਉਸ ਸਮੇਂ ਉਹਨੂੰ, ਬੰਦੇ ਨੂੰ ਉਹ ਇੰਨਾ ਥੱਕ ਜਾਂਦਾ ਵੀ ਉਹਨੂੰ ਸਭ ਕੁਝ ਧੁੰਦਲਾ ਨਜ਼ਰ ਆਉਣ ਲੱਗ ਜਾਂਦਾ, ਉਹਨੂੰ ਲੱਗਦਾ ਵੀ ਜਿੱਤ ਹੁਣ ਨਹੀਂ ਹੋ ਸਕਦੀ। ਆਫਟਨ ਦਾ ਸਟਰਗਲਰ ਹੈਜ਼ ਗਿਵ ਅਪ, ਅਤੇ ਸੰਘਰਸ਼ ਕਰਨ ਵਾਲਾ ਜਿਹੜਾ ਵਿਅਕਤੀ ਆ ਅਕਸਰ ਹੀ ਅਜਿਹੇ ਸਮੇਂ 'ਤੇ ਗਿਵ ਅਪ ਕਰ ਜਾਂਦਾ। ਮੀਨ ਜੋ ਛੱਡ ਦਿੰਦਾ ਕੰਮ, ਵੀ ਇੱਥੇ ਕੁਛ ਨਹੀਂ ਰੱਖਿਆ, ਹੁਣ ਇੱਥੋਂ ਕੁਛ ਹਾਸਲ ਨਹੀਂ ਹੋ ਸਕਦਾ। ਵੈਨ ਹੀ ਮਾਈਟ ਹੈਵ ਕੈਪਚਰ ਦਾ ਵਿਕਟਰਸ ਕੱਪ, ਪਰ ਹੋ ਸਕਦਾ ਸੀ, ਸੰਭਵ ਆ ਕਿ ਉਹਦਾ ਜਿਹੜਾ ਜੇਤੂ ਕੱਪ ਆ ਉਹ ਬਹੁਤ ਜੇਤੂ ਕੱਪ ਦੇ ਨੇੜੇ ਸੀ। ਐਂਡ ਹੀ ਲਰਨਡ ਟੂ ਲੇਟ ਵੈਨ ਦਾ ਨਾਈਟ ਕੇਮ ਡਾਊਨ, ਪਰ ਇਹ ਚੀਜ਼ ਜਦੋਂ ਵੀ ਉਹਨੂੰ, ਕਿਹੜੀ ਚੀਜ਼ ਵੀ ਮੈਂ ਜਿੱਤ ਦੇ ਬਹੁਤ ਨੇੜੇ ਸੀ, ਇਹ ਚੀਜ਼ ਉਹਨੂੰ ਬਹੁਤ ਦੇਰ ਬਾਅਦ ਜਾ ਕੇ ਪਤਾ ਲੱਗਦੀ ਆ। ਨਾਈਟ ਕੇਮ ਡਾਊਨ ਦਾ ਮਤਲਬ ਇੱਥੇ ਇਹ ਆ ਵੀ ਬਹੁਤ ਦੇਰ ਬਾਅਦ, ਜਦੋਂ ਸਮਾਂ ਨਾ ਨਿਕਲ ਚੁੱਕਿਆ, ਰਾਤ ਪੈ ਚੁੱਕੀ, ਉਦੋਂ ਉਹਨੂੰ ਸਮਝ ਆਉਂਦਾ ਕਿ ਮੈਂ ਜਿੱਤ ਦੇ ਬਹੁਤ ਨੇੜੇ ਸੀ ਜਦੋਂ ਮੈਂ ਗਿਵ ਅਪ ਕੀਤਾ। ਹਾਊ ਕਲੋਜ਼ ਹੀ ਵਾਜ਼ ਟੂ ਗੋਲਡਨ ਕਰਾਊਨ, ਸਕਸੈਸ ਇਜ਼ ਫੇਲੀਅਰ ਟਰਨ ਇਨਸਾਈਡ ਆਊਟ। ਕਹਿੰਦੇ ਤੁਸੀਂ ਹਾਊ ਕਲੋਜ਼, ਕਿੰਨੇ ਤੁਸੀਂ ਆਪਦੇ ਗੋਲਡ, ਸੁਨਹਿਰੀ ਤਾਜ, ਇੱਥੇ ਸੁਨਹਿਰੀ ਤਾਜ ਦਾ ਮਤਲਬ ਵੀ ਜਿੱਤ ਹੀ ਆ, ਜਿਹੜਾ ਕੰਮ ਤੁਸੀਂ ਕਰ ਰਹੇ ਹੋ ਉਹਦੇ 'ਚ ਸਕਸੀਡ ਹੋਣਾ ਹੀ ਆ, ਵੀ ਤੁਸੀਂ ਜਿੱਤ ਦੇ ਕਿੰਨਾ ਨੇੜੇ ਹੋ। ਹਾਊ ਕਲੋਜ਼, ਸਕਸੈਸ ਆ ਜਿਹੜੇ ਉਹ ਆਪਾਂ ਸਫਲਤਾ ਕਹਿੰਦੇ ਹਾਂ ਨਾ, ਜਿਹੜੀ ਅਸਫਲਤਾ ਉਹ ਅਸਫਲਤਾ ਦੇ ਵਿੱਚ ਹੀ ਛੁਪੀ ਹੁੰਦੀ ਹੈ। ਜੇ ਅਸੀਂ ਬਾਰ-ਬਾਰ ਅਸਫਲ ਹੁੰਦੇ ਹਾਂ, ਉਦੋਂ ਬਾਅਦ ਹੀ ਸਾਨੂੰ ਪਤਾ ਲੱਗਦਾ ਸਫਲਤਾ ਦਾ, ਨਾ। ਜਿੱਦਾਂ ਕਮੀਜ਼ ਨੂੰ ਪੁੱਠਾ ਕਰ ਲੈਣਾ ਜਾਂ ਕਿਸੇ ਚੀਜ਼ ਦਾ, ਸਿੱਕੇ ਦਾ ਦੂਜਾ ਪਾਸਾ ਹੈਗਾ, ਹੈ ਨਾ, ਉਹਨੂੰ ਦੇਖ ਲੈਣਾ। ਇੱਦਾਂ ਹੀ ਜਿਹੜੀ ਸਫਲਤਾ ਅਸਫਲਤਾ ਦੋਨੋਂ ਨਾਲੋਂ ਨਾਲ ਹੀ ਚੱਲਦੀਆਂ ਨੇ। ਨੈਕਸਟ ਆ ਗਿਆ, ਦ ਸਿਲਵਰ ਟਿੰਟ ਆਫ ਕਲਾਊਡਸ ਆਫ ਡਾਊਟ। ਡਾਊਟ ਹੁੰਦਾ ਸ਼ੱਕ, ਸ਼ੱਕ ਦੇ ਬੱਦਲਾਂ ਦੇ ਵਿੱਚੋਂ ਵੀ ਇੱਕ ਹਲਕੀ ਜਿਹੀ ਆਸ ਦੀ ਕਿਰਨ ਨਜ਼ਰ ਆਉਂਦੀ ਹੈ। ਜਿੱਦਾਂ ਮੈਂ ਇੱਥੇ ਪਿਕਚਰ ਲਗਾਈ ਹੈ ਬੇਟਾ, ਐਵਰੀ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ, ਮੀਨਸ ਹਰ ਗਹਿਰੇ ਡਾਰਕ ਬੱਦਲ ਦੇ ਵਿੱਚ ਵੀ ਇੱਕ ਸਿਲਵਰ ਲਾਈਨਿੰਗ ਹੁੰਦੀ ਆ, ਚਾਨਣ ਦੀ ਕਿਰਨ ਨਜ਼ਰ ਆਉਂਦੀ ਆ। ਸੋ ਜਦੋਂ ਤੁਹਾਨੂੰ ਸ਼ੱਕ ਆ ਕਿ ਮੈਂ ਜਿੱਤ ਨਹੀਂ ਸਕਦਾ ਇੱਥੇ, ਮੈਂ ਇਹ ਕੰਮ ਨੂੰ ਪੂਰਾ ਨਹੀਂ ਕਰ ਸਕਦਾ, ਉਦੋਂ ਵੀ ਇੱਕ ਆਸ ਦੀ ਹਲਕੀ ਕਿਰਨ ਨਜ਼ਰ ਆ ਰਹੀ ਹੁੰਦੀ ਹੈ। ਐਂਡ ਯੂ ਨੈਵਰ ਕੈਨ ਟੈਲ ਜਸਟ ਹਾਊ ਕਲੋਜ਼ ਯੂ ਆਰ, ਅਤੇ ਤੁਸੀਂ ਇਹ ਕਦੇ ਵੀ ਦੱਸ ਹੀ ਨਹੀਂ ਸਕਦੇ ਕਿ ਤੁਸੀਂ ਕਿੰਨਾ ਨੇੜੇ ਸੀ ਆਪਣੀ ਜਿੱਤ ਦੇ। ਇਟ ਮੇ ਬੀ ਨੀਅਰ ਵੈਨ ਇਟ ਸੀਮਸ ਅਫਾਰ,
ਕਹਿੰਦੇ ਸ਼ਾਇਦ ਇਹ ਉਦੋਂ ਬਹੁਤ ਨੇੜੇ ਹੁੰਦੀ ਆ ਜਦੋਂ ਸਾਨੂੰ ਲੱਗ ਰਹੀ ਹੁੰਦੀ ਆ ਕਿ ਬਹੁਤ ਦੂਰ ਆ। ਸੋ ਸਟਿਕ ਟੂ ਦ ਫਾਈਟ ਵੈਨ ਯੂ ਆਰ ਹਾਰਡੈਸਟ ਹਿੱਟ। ਸੋ ਜਦੋਂ ਤੁਹਾਨੂੰ ਬਹੁਤ ਸਖਤ ਸਮੇਂ ਦਾ ਸਾਹਮਣਾ ਕਰਨਾ ਪੈ ਰਿਹਾ, ਬਹੁਤ ਸਖਤ ਹਿੱਟ ਮਤਲਬ ਸੱਟ ਵੱਜਦੀ ਆ, ਮੀਨਸ ਤੁਹਾਨੂੰ ਅਸਫਲਤਾ ਅਤੇ ਅਸਫਲਤਾ ਮਿਲ ਰਹੀ ਆ, ਉਸ ਸਮੇਂ ਵੀ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਉੱਥੇ ਸਟਿਕ, ਉਹਨੂੰ ਚੁੰਬੜੇ ਰਹੋ, ਮੀਨਸ ਉਹਨੂੰ ਲੱਗੇ ਰਹੋ। ਠੀਕ ਆ, ਉਹ ਫਾਈਟ ਉੱਥੋਂ ਤੁਸੀਂ ਲੜਾਈ ਆਪਣੀ ਛੱਡਣੀ ਨਹੀਂ, ਮੈਦਾਨ ਛੱਡ ਕੇ ਉੱਥੋਂ ਨਹੀਂ ਭੱਜਣਾ। ਇਟਸ ਵੈਨ ਥਿੰਗਸ ਸੀਮਸ ਵਰਸ ਦੈਟ ਯੂ ਮਸਟ ਨਾਟ ਕੁਇਟ। ਜਦੋਂ ਚੀਜ਼ਾਂ ਬਹੁਤ ਮਤਲਬ ਕਿ ਤੁਹਾਨੂੰ ਬੁਰੇ ਹਾਲਾਤ ਦੇਖਣੇ ਪੈ ਜਾਣ ਤਾਂ ਸਮਝੋ ਤੁਸੀਂ ਜਿੱਤ ਦੇ ਬਹੁਤ ਨੇੜੇ ਹੋ, ਅਤੇ ਉਸ ਸਮੇਂ ਤਾਂ ਬਿਲਕੁਲ ਵੀ ਕੁਇਟ ਨਹੀਂ ਕਰਨਾ। ਠੀਕ ਆ, ਮੂਵ ਕਰਦੇ ਰਹਿਣਾ, ਚਾਹੇ ਸਲੋਲੀ ਵੀ ਮੂਵ ਕਰੋ। ਸੋ ਇਹ ਸੀਗੀ ਪੋਇਮ। ਇਹ ਲਈ ਕਿੱਥੋਂ ਗਈ ਹੈ, ਸੋਰਸ ਕੀ ਹੈ ਇਹਦਾ, socialworkfollow.com ਤੋਂ। ਐਡਗਰ ਏ ਗੈਸਟ ਦੀ ਲਿਖੀ ਹੋਈ ਹੈ, ਬਹੁਤ ਸੋਹਣੀ ਪੋਇਮ ਆ, ਇੱਕ ਬਹੁਤ ਵਧੀਆ ਮੈਸੇਜ ਦੇ ਰਹੀ ਆ ਸਾਨੂੰ। ਜਿੱਦਾਂ ਹਿੰਦੀ 'ਚ ਇੱਕ ਕਵਿਤਾ ਸੀ, ਹਿੰਮਤ ਕਰਨੇ ਵਾਲੋਂ ਕੀ ਕभी हार नहीं होती, आई थिंक ਇਹ ਵਾਲੀ ਪੋਇਮ ਸੀ। नो तूफानों से डर कर नैया पार नहीं होती। ਸੋ ਇਹ ਵੀ ਉੱਦਾਂ ਦੀ ਫੀਲਿੰਗਸ, ਉੱਦਾਂ ਦੀਆਂ ਹੀ ਭਾਵਨਾਵਾਂ ਨੂੰ ਵਿਅਕਤ ਕਰਦੀ ਪੋਇਮ ਆ ਕਿ ਕਦੇ ਵੀ ਤੁਸੀਂ ਜਿਹੜਾ ਤੁਹਾਡਾ ਰਸਤਾ ਹੈ, ਕੋਈ ਕੰਮ ਆ, ਉਹਨੂੰ ਛੱਡੋ ਨਾ, ਕੁਇਟ ਨਾ ਕਰੋ, ਕਿਉਂਕਿ ਜਦੋਂ ਅਸੀਂ ਕੁਇਟ ਕਰ ਰਹੇ ਹੁੰਦੇ ਹਾਂ, ਸਾਨੂੰ ਸਭ ਕੁਝ ਧੁੰਦਲਾ ਨਜ਼ਰ ਆ ਰਿਹਾ ਹੁੰਦਾ, ਉਦੋਂ ਹੀ ਅਸੀਂ ਜਿੱਤ ਦੇ ਬਹੁਤ ਨੇੜੇ ਹੁੰਦੇ ਹਾਂ। ਅਗਲੀ ਗੱਲ ਕਿ ਲਾਈਫ ਇਜ਼ਨਟ ਅਬਾਊਟ ਵੇਟਿੰਗ ਫॉर ਦ ਸਟੋਰਮ ਟੂ ਪਾਸ। ਜ਼ਿੰਦਗੀ ਇਹ ਨਹੀਂ ਹੈਗੀ ਕਿ ਅਸੀਂ ਬੈਠ ਕੇ ਅੰਦਰ, ਜਿਹੜੇ ਜ਼ਿੰਦਗੀ 'ਚ ਤੂਫਾਨ ਆਉਂਦੇ ਆ ਉਹਨਾਂ ਦੇ ਪਾਸ ਹੋ ਜਾਣ ਦਾ ਮਤਲਬ ਉਹਨਾਂ ਦੇ ਲੰਘ ਜਾਣ ਦਾ ਅੰਦਰ ਬੈਠ ਕੇ ਵੇਟ ਕਰੀਏ, ਇਹ ਜ਼ਿੰਦਗੀ ਨਹੀਂ ਹੈ। ਇਟਸ ਅਬਾਊਟ ਲਰਨਿੰਗ ਹਾਊ ਟੂ ਡਾਂਸ ਇਨ ਰੇਨ। ਜ਼ਿੰਦਗੀ ਇਹ ਆ ਕਿ ਵਰਦੇ ਮੀਂਹ ਵਿੱਚ ਸਾਨੂੰ ਨੱਚਣਾ ਸਿੱਖਣਾ ਪੈਣਾ। ਭਾਵ ਜਿਹੜੀਆਂ ਮੁਸ਼ਕਲਾਂ ਨੇ ਆਉਣਗੀਆਂ, ਉਹਨਾਂ ਮੁਸ਼ਕਲਾਂ ਦੇ ਨਾਲ ਜੂਝਣਾ ਅਤੇ ਉਹਨਾਂ ਨੂੰ ਜਿੱਤਣਾ ਹੀ ਜ਼ਿੰਦਗੀ ਹੈ। ਸੋ ਕੀਪ ਲਰਨਿੰਗ, ਕੀਪ ਪ੍ਰੈਕਟਿਸਿੰਗ। ਮਿਲਦੇ ਹਾਂ ਆਪਾਂ ਹੁਣ ਅਗਲੀ ਵੀਡੀਓ 'ਚ ਇਹਦੇ ਕੁਐਸਚਨ ਆਨਸਰਸ ਨਾਲ। ਆਈ ਹੋਪ ਕਿ ਪੋਇਮ ਤੁਹਾਨੂੰ ਵਧੀਆ ਲੱਗੀ ਹੋ, ਸਮਝ ਲੱਗੀ ਹੋਊਗੀ। ਇਹਨੂੰ ਇੱਕ ਵਾਰ ਫਿਰ ਤੋਂ ਜ਼ਰੂਰ ਰੀਡ ਕਰ ਲੈਣਾ ਬੇਟਾ। ਬਾਏ।